ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਖਤ ਦਮਦਮਾ ਸਾਹਿਬ ਵਿਖੇ ਸ੍ਰੀ ਸਾਂਝੀ ਮਹਾਰਾਜ ਕੱਟੂ ਵਾਲੇ ਬੁੰਗੇ ਵਿੱਚ ਸ਼੍ਰੀਮਾਨ ਸੰਤ ਚੰਦਾ ਸਿੰਘ ਜੀ ਕੋਲ ਠਹਿਰੇ। ਸੰਤ ਚੰਦਾ ਸਿੰਘ ਜੀ ਨੇ ਮੇਲੇ ਤੋਂ ਕਈ ਦਿਨ ਪਹਿਲਾਂ ਹੀ ਸਮੂਹ ਪ੍ਰਬੰਧ ਕਰਕੇ ਦੀਵਾਨ ਆਰੰਭ ਕਰਵਾ ਦਿੱਤਾ। ਰਾਗੀ ਜੱਥਾ ਅੰਮ੍ਰਿਤ ਵੇਲੇ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਦਾ, ਉਪਰੰਤ ਸ਼੍ਰੀ ਸਾਂਝੀ ਮਹਾਰਾਜ ਗੁਰੂ ਸ਼ਬਦ ਦੀ ਵਿਆਖਿਆ ਕਰਕੇ ਉਪਦੇਸ਼ ਦਿੰਦੇ। ਗੁਰਬਾਣੀ ਗੁਰਮਤਿ ਦੀ ਵਿਸ਼ੇਸ਼ਤਾ, ਸਤਿਗੁਰੂਆਂ ਦੇ ਉਪਕਾਰ, ਮਾਨਸ ਜਨਮ ਦੀ ਦੁਰਲਭਤਾ, ਅੰਮ੍ਰਿਤਪਾਨ ਦੀ ਮਹਾਨਤਾ ਤੇ ਸ਼੍ਰੀ ਸਾਂਝੀ ਮਹਾਰਾਜ ਦੀ ਵਿਆਖਿਆ ਹੁੰਦੇ। ਉਪਦੇਸ਼ ਨੂੰ ਧਾਰਨ ਕਰਕੇ ਮਾਲਵਾ ਨਿਵਾਸੀ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਦੈਨਿਕ ਅੰਮ੍ਰਿਤਪਾਨ ਕਰਦੀ। ਘਰ ਘਰ ਵਿੱਚ ਸਿੱਖੀ ਦਾ ਪ੍ਰਵੇਸ਼ ਹੋ ਗਿਆ। ਇਸ ਸਮੇਂ ਸੰਤ ਚੰਦਾ ਸਿੰਘ ਜੀ ਵੀ ਗੁਰੂ ਸ਼ਬਦ ਦੀ ਕਥਾ ਕਰਦੇ ਸਨ। ਇੱਕ ਇੱਕ ਸ਼ਬਦ ਦੀ ਕਥਾ ਅਤੀ ਰੋਚਕ ਸ਼ੈਲੀ ਵਿੱਚ ਵਰਣਨ ਕੀਤੀ। ਤ੍ਰਿਪਤ ਅਗਾਵਨ ਸਾਚੇ ਨਾਈ, 68 ਮਜਨ ਸੰਤ ਤੁਰਾਈ, ਹਰ ਰਸ ਕੀ ਕੀਮਤ ਕਹੀ ਨ ਜਾਈ, ਹਰ ਰਸ ਸਾਧੂ ਹਾਨ ਸਮਾਈ। ਵਿਸਾਖੀ ਦੇ 3 ਦਿਨ ਦੇ ਸਮਾਗਮ ਤਾਂ ਅਕਥਨੀਏ ਸਨ। ਸ਼੍ਰੀ ਸਾਂਝੀ ਮਹਾਰਾਜ ਦੇ ਦਰਸ਼ਨ ਤੇ ਪ੍ਰਚਾਰ ਨਾਲ ਲੱਖਾਂ ਦੀ ਰਾਖਸ਼ਾਂ ਤੋਂ ਦੇਵਤਾ ਬਣ ਗਏ। ਤਖਤ ਦਮਦਮਾ ਸਾਹਿਬ ਦਾ ਗੁਰੂ ਸਰ ਸਰੋਵਰ ਕੱਚਾ ਹੀ ਸੀ, ਜਿਸ ਦੀ ਪਰਿਕਰਮਾ ਵਿੱਚ ਟਿੱਬੇ, ਦੈੜਾਂ, ਟੋਏ, ਝਾੜ, ਮੱਲੇ, ਬੋਰੀਆਂ ਆਦਿ ਕੰਡਿਆਲੇ ਬਿਰਛ ਖੜੇ ਸਨ। ਇਸ ਸਮੇਂ ਆਪ ਜੀ ਨੇ ਇਸ ਸਰੋਵਰ ਨੂੰ ਪੱਕਾ ਕਰਨ ਦਾ ਵਿਚਾਰ ਬਣਾਇਆ। ਇੱਕ ਦਿਨ ਜੋਧਪੁਰ ਦੀ ਸੰਗਤ ਰਥ ਲੈ ਕੇ ਹਾਜ਼ਰ ਹੋਈ ਅਤੇ ਬੇਨਤੀ ਕਰਕੇ ਆਪਣੇ ਪਿੰਡ ਲੈ ਗਈ। ਇੱਥੋਂ ਮੌੜ ਭੀਖੀ ਵਿੱਚ ਦੀ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਕੋਲ ਪਿੰਡ ਅਤਲੇ ਪੁੱਜ ਗਏ। ਦੋਨੋਂ ਮਹਾਨ ਭਾਵ ਮਿਲ ਕੇ ਗੁਰਬਾਣੀ ਤੇ ਬ੍ਰਹਮ ਵਿਦਿਆ ਦਾ ਚਿੰਤਨ ਕਰਦੇ ਸਨ। ਇਸ ਗੋਸ਼ਟੀ ਨੂੰ ਸੰਗਤ ਕਾਗਰ 'ਚ ਸਰਵਣ ਕਰਕੇ ਲਾਭ ਪ੍ਰਾਪਤ ਕਰਦੀ ਸੀ। ਇੱਥੇ ਬੇਅੰਤ ਮਾਈ ਭਾਈ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ। ਇੱਕ ਦਿਨ ਸ਼੍ਰੀ ਸਾਂਝੀ ਮਹਾਰਾਜ ਇੱਥੇ ਸੰਗਤ ਨੂੰ ਛੱਡ ਕੇ ਗੁਪਤ ਹੀ ਪਿੰਡ ਜਵਾਹਰ ਕੇ ਜ਼ਿਲ੍ਹਾ ਮਾਨਸਾ ਭੈਣ ਬੀਬੀ ਰਤਨ ਕੌਰ ਨੂੰ ਮਿਲਣ ਚਲੇ ਗਏ। ਘਰ ਪਹੁੰਚ ਕੇ ਬੀਬੀ ਨੂੰ ਗੁਰਫਤਿਹ ਬੁਲਾਈ। ਇਸ ਸਮੇਂ ਸ਼੍ਰੀ ਸਾਂਝੀ ਮਹਾਰਾਜ ਉੱਪਰ ਕਾਲੀ ਕੰਬਲੀ ਸੀ। ਸੀਸ ਉੱਤੇ ਦਸਤਾਰਾ ਵੀ ਕਾਲੀ ਕੰਬਲੀ ਦਾ ਸੀ। ਭੈਣ ਜੀ ਪਛਾਣਨ ਤੋਂ ਸਮਰਥ ਰਹੇ, ਕਿੰਤੂ ਤੁਰੰਤ ਹੀ ਪਛਾਣ ਕੇ ਪਰਮ ਪ੍ਰਸੰਨ ਹੋਏ। ਸ਼੍ਰੀ ਸਾਂਝੀ ਮਹਾਰਾਜ ਨੇ ਭੈਣ ਜੀ ਕੋਲੋਂ ਲੂਣ ਪਾ ਕੇ ਖੱਟੀ ਲੱਸੀ ਛਕੀ ਅਤੇ ਜਨਮ ਸਾਖੀ ਲੈ ਕੇ ਪਲੰਘ ਉੱਪਰ ਬੈਠ ਕੇ ਪਾਠ ਕਰਦੇ ਰਹੇ। ਭੈਣ ਜੀ ਨੂੰ ਬੀਬੀ ਨਾਨਕੀ ਜੀ ਅਤੇ ਸਤਿਗੁਰੂ ਨਾਨਕ ਦੇਵ ਜੀ ਦੇ ਮਿਲਾਪ ਦੀ ਕਥਾ ਸੁਣਾਈ। ਇਸ ਸਮੇਂ ਬੀਬੀ ਜੀ ਨੇ ਪ੍ਰਸ਼ਾਦ ਤਿਆਰ ਕਰਕੇ ਘਿਓ ਖੰਡ ਪਾ ਕੇ ਸ਼੍ਰੀ ਸਾਂਝੀ ਮਹਾਰਾਜ ਅੱਗੇ ਰੱਖਿਆ। ਸ਼੍ਰੀ ਸਾਂਝੀ ਮਹਾਰਾਜ ਨੇ ਪ੍ਰਸ਼ਾਦਾ ਦਹੀਂ ਨਾਲ ਛਕਿਆ, ਉਪਰੰਤ ਗੁਰੂ ਸੰਗਤ ਵਿੱਚ ਪਹੁੰਚ ਗਏ। ਇੱਥੋਂ ਜਨਮਨਗਰ ਪਿੰਡ ਚੀਮੇ ਪਹੁੰਚ ਕੇ ਨਿਰਮਲੇ ਸੰਤਾਂ ਦੇ ਡੇਰੇ ਵਿੱਚ ਉਤਾਰਾ ਕੀਤਾ। ਘਰ ਵਿੱਚ ਜਾ ਕੇ ਚਾਚੀ ਜੀ ਨੂੰ ਨਮਸਕਾਰ ਕਰਕੇ ਕੁਸ਼ਲਤਾ ਪੁੱਛੀ। ਚਾਚੀ ਪ੍ਰਸੰਨ ਹੋ ਕੇ ਵਿਰਾਗ ਵਿੱਚ ਗੱਲ ਨੂੰ ਚੰਬੜ ਗਈ। ਵਾਪਸ ਡੇਰੇ ਆਣ ਵਿਰਾਜੇ। ਸਮੂਹ ਨਗਰ ਨਿਵਾਸੀ ਦਰਸ਼ਨ ਵਾਸਤੇ ਵਹੀਰ ਘਰ ਤੁਰੇ। ਬਾਲ ਸਖਾਈ ਪ੍ਰਸੰਨਤਾ ਪੂਰਵਕ ਨਤ ਸਿਰ ਹੋਏ। ਸੂਬੇਦਾਰ ਦਲੇਲ ਸਿੰਘ ਵੀ ਪ੍ਰੇਮ ਪੂਰਵਕ ਚਰਨਾਂ ਵਿੱਚ ਹਾਜ਼ਰ ਹੋਇਆ। ਸ਼੍ਰੀ ਸਾਂਝੀ ਮਹਾਰਾਜ ਨੇ ਕੁਸ਼ਲਤਾ ਪੁੱਛੀ ਤਾਂ ਨਿਮਰਤਾ ਨਾਲ ਬੋਲਿਆ, ਸੱਚੇ ਪਾਤਸ਼ਾਹ ਕਟ ਕਟ ਕੇ ਪਟ ਪਟ ਕੀ ਜਾਣਨਹਾਰ ਹੋ। ਕੱਲ੍ਹ ਨੂੰ ਮੇਰੀ ਸਪੁੱਤਰੀ ਦਾ ਆਨੰਦ ਕਾਰਜ ਹੈ। ਇਸ ਸਮੇਂ ਘਰ ਵਿੱਚ ਆਪ ਜੀ ਦੇ ਪਾਵਨ ਚਰਨ ਪਵਾਉਣ ਦੀ ਮੇਰੀ ਦੀਰਘ ਇੱਛਾ ਸੀ। ਦੂਸਰੇ ਦਿਨ ਅੰਮ੍ਰਿਤ ਵੇਲੇ ਸੂਬੇ ਦੇ ਘਰ ਆਸਾ ਦੀ ਵਾਰ ਦਾ ਕੀਰਤਨ ਹੋਇਆ ਤੇ ਘਰ ਸੁਭਾਵਿਕ ਵਿਵਾਹ ਦੀ ਬਜਾਏ ਬੈਕੁੰਠ ਬਣ ਗਿਆ। ਆਨੰਦ ਕਾਰਜ ਦੀ ਸੰਪੰਨਤਾ ਅਤੇ ਗੁਰੂ ਸ਼ਬਦ ਦੀ ਵਿਆਖਿਆ ਕਰਕੇ ਨਾਮ ਜਪਨ, ਕੀਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਇਸ ਤੋਂ ਮਗਰੋਂ ਡੇਰੇ ਆ ਕੇ ਜੱਥੇ ਸਮੇਤ ਹੀ ਚਾਲੇ ਪਾ ਦਿੱਤੇ। 9ਵੇਂ ਪਾਤਸ਼ਾਹ ਦੇ ਗੁਰਦੁਆਰਾ ਟਾਹਲਾ ਸਾਹਿਬ ਵਿਖੇ ਕੱਟੂ ਵਿਖੇ ਪੁੱਜ ਗਏ। ਜਦੋਂ ਸੂਬੇਦਾਰ ਦਲੇਲ ਸਿੰਘ ਨੂੰ ਪਤਾ ਲੱਗਾ ਕਿ ਸ਼੍ਰੀ ਸਾਂਝੀ ਮਹਾਰਾਜ ਤਾਂ ਚਲੇ ਵੀ ਗਏ ਹਨ, ਤਾਂ ਉਹ ਮਠਿਆਈ ਦੀ ਗੱਡੀ ਭਰ ਕੇ ਮਗਰੇ ਹੀ ਚੱਲ ਪਿਆ। ਪਿੰਡ ਕੱਟੂ ਗੁਰਦੁਆਰਾ ਸਾਹਿਬ ਆਣ ਨਮਸਕਾਰ ਕਰੀ। ਪ੍ਰੇਮ ਦੇਖ ਕੇ ਸ਼੍ਰੀ ਸਾਂਝੀ ਮਹਾਰਾਜ ਪਰਮ ਪ੍ਰਸੰਨ ਹੋਏ। ਤੁਰੰਤ ਪੰਗਤ ਲਾ ਕੇ ਸੰਗਤ ਨੂੰ ਮਠਿਆਈ ਦਾ ਲੰਗਰ ਵਰਤਾਇਆ। ਪ੍ਰਸੰਨਤਾ ਪੂਰਵਕ ਸ਼੍ਰੀ ਸਾਂਝੀ ਮਹਾਰਾਜ ਨੇ ਫਰਮਾਇਆ, ਸੂਬੇਦਾਰ ਜੀ ਕੁਝ ਮੰਗੋ। ਸੂਬੇਦਾਰ ਚਰਨਾਂ ਵਿੱਚ ਡਿੱਗ ਪਿਆ ਤੇ ਰੁੱਧਾ ਕੰਠ ਹੋ ਕੇ ਬੋਲਿਆ, ਪਾਤਸ਼ਾਹ ਮੁਕਤੀ ਬਖਸ਼ੋ। ਸ਼੍ਰੀ ਸਾਂਝੀ ਮਹਾਰਾਜ ਨੇ ਨਾਮਦਾਨ ਬ੍ਰਹਮ ਵਿਦਿਆ ਬਖਸ਼ ਕੇ ਨਦਰ ਨਿਹਾਲ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ, ਮਸਤਵਾਣਾ ਸਾਹਿਬ ਵਾਲੇ।